असलामुअलैकुम। ਉਹ ਕੋਲ ਤੇ ਤੁਸੀਂ ਸੁਣਿਆ ਹੋਣਾ ਜਿਹਦੇ ਤੇ ਨੇਕੀ ਕਰੋ ਉਹਦੀ ਸ਼ਰਤ ਤੋਂ ਬਚੋ। ਜਿਸ ਵੇਲੇ ਬੰਦਾ ਜ਼ਿਆਦਾ ਅਰਸਾ ਪ੍ਰਦੇਸ਼ 'ਚ ਰਹਿੰਦਾ, ਪਾਕਿਸਤਾਨ ਛੁੱਟੀ ਜਾਂਦਾ ਹੈ, ਜਿਹੜੇ ਉਹਦੇ ਨਾਲ ਦੇ ਯਾਰ ਦੋਸਤ ਹੁੰਦੇ ਨੇ ਉਹ ਵੀ ਕਿਰੇ ਅਗਾਂਹ ਪਿਛਾਂ ਬਾਹਰ ਦੇ ਮੁਲਕਾਂ 'ਚ ਨਿਕਲ ਗਏ ਹੁੰਦੇ ਨੇ। ਜਿਹੜੇ ਦੋ ਚਾਰ ਹੁੰਦੇ ਨੇ ਉਹ ਆਪਣੀਆਂ ਟੈਨਸ਼ਨਾਂ 'ਚ ਹੁੰਦੇ ਨੇ, ਉਹਨਾਂ ਕੋਲ ਤੁਹਾਡੇ ਵਾਸਤੇ ਟਾਈਮ ਕੋਈ ਨਹੀਂ ਹੁੰਦਾ। ਜਵਾਨ ਕਹਿੰਦਾ ਮੈਂ ਪਾਕਿਸਤਾਨ ਛੁੱਟੀ ਗਿਆ ਤੇ ਮੈਂ ਜ਼ਿਆਦਾ ਆਪਣੇ ਬੱਚਿਆਂ 'ਚ ਹੀ ਟਾਈਮ ਗੁਜ਼ਾਰਨਾ, ਜ਼ਿਆਦਾ ਤੋਂ ਜ਼ਿਆਦਾ ਇਹ ਕਰਨਾ ਕਿ ਬਾਜ਼ਾਰ ਟੁਰ ਜਾਣਾ। ਕਹਿੰਦਾ ਮੈਂ ਬਾਜ਼ਾਰ ਚੱਕਰ ਲਾਉਣ ਗਿਆ ਤੇ ਵਾਪਸੀ ਤੇ ਆਉਂਦਾ ਆ ਤੇ ਅੱਗੇ ਇੱਕ ਨਾਈ ਦੀ ਦੁਕਾਨ ਹੈ। ਕਹਿੰਦਾ ਮੇਰੇ ਵਾਲਾ ਹੱਥ ਖਲਾ ਕਰਦਾ ਸੀ ਤੇ ਮੈਂ ਵੀ ਉਹਦੇ ਵੱਲ ਹੱਸ ਕੇ ਹੱਥ ਖਲਾ ਕਰ ਦਿੰਦਾ ਸਾਂ। ਕਹਿੰਦਾ ਜਿਸੇ ਲੰਘਦਾ ਆ ਉਹਦੇ ਵੱਲ ਹੱਥ ਖਲਾ ਕਰ ਦਿੰਦਾ ਸਾਂ। ਕਹਿੰਦਾ ਇੱਕ ਦਿਨ ਮੈਂ ਸੋਚਿਆ ਚਲੋ ਨਾਲੇ ਉਹਦੇ ਨਾਲ ਜਾ ਕੇ ਗੱਪ ਲਾਉਂਦੇ ਆ ਤੇ ਨਾਲੇ ਸ਼ੇਫ ਉਤੋਂ ਕਰਾਉਂਦੇ ਆ। ਮੈਂ ਕਹਿੰਦਾ ਮੈਂ ਘਰੋਂ ਕਰੀਮ ਚੁੱਕੀ, ਸ਼ੇਫ ਦੀ ਜਿਹੜੀ ਬਾਹਰੋਂ ਲਿਆਂਦੀ ਸੀ, ਨਾਲ ਇੱਕ ਪਰਫਿਊਮ ਲਈ। ਕਹਿੰਦਾ ਲੈ ਕੇ ਸਿੱਧਾ ਉੱਥੇ ਟੁਰ ਗਿਆ। ਅੱਗੇ ਉਹ ਬੰਦੇ ਦੇ ਵਾਲ ਪਿਆ ਕੱਟਦਾ ਸੀ। ਕਹਿੰਦਾ ਮੈਨੂੰ ਮਿਲਿਆ ਜੱਫਾ ਮਾਰ ਕੇ, ਕਹਿੰਦਾ ਉਹ ਭਾਈ ਜੀ ਬਵੋ ਕਿ ਵਾਲ ਕਟਾਣੇ ਜੇ। ਕਹਿੰਦਾ ਮੈਂ ਵਾਲ ਨਹੀਂ ਯਾਰ ਸ਼ੇਫ ਕਰਾਣੀ ਹੈ। ਕਹਿੰਦਾ ਅੱਛਾ ਬਵੋ, ਮੈਂ ਬਸ ਇਹਦੇ ਵਾਲ ਕੱਟ ਕੇ ਤੇ ਤੁਹਾਡੀ ਸ਼ੇਫ ਕਰ ਦੇਣਾ। ਮੈਂ ਠੀਕ ਹੈ, ਕੋਈ ਮਸਲਾ ਨਹੀਂ। ਕਹਿੰਦਾ ਮੈਂ ਬਹਿ ਗਿਆ, ਕੋਈ 5-7 ਮਿੰਟ ਲਾਏ ਉਹਦੇ ਵਾਲ ਕੱਟ ਕੇ ਤੇ ਮੈਨੂੰ ਕੁਰਸੀ ਸ਼ੁਰਸੀ ਸਾਫ਼ ਕਰਕੇ ਕਹਿੰਦਾ ਭਾਈ ਆਓ ਬਵੋ। ਕਹਿੰਦਾ ਮੈਂ ਬਹਿ ਗਿਆ, ਨਵਾਂ ਕੱਪੜਾ ਕੱਢ ਕੇ ਮੈਂ ਨਾ ਮੇਰੇ ਗਲੇ 'ਚ ਪਾ ਕੇ ਤੇ ਕਹਿੰਦਾ ਮੈਨੂੰ ਭਾਲਿਓ ਸੂ ਤੇ ਸ਼ੇਫ ਕਰਨ ਲੱਗ ਪਿਆ। ਕਹਿੰਦਾ ਕਰੀਮ ਲਾਇਓ ਸੂ, ਕਰੀਮ ਲਾ ਕੇ ਚੰਗਾ ਮੇਰਾ ਮੂੰਹ ਮੱਲਣ ਲੱਗ ਪਿਆ। ਮਲ ਕੇ ਦੇ ਨਾਲ ਗੱਪਾਂ ਲਾਉਣ ਲੱਗ ਪਿਆ। ਭਾਈ ਜੀ ਕਿਹੜੇ ਮੁਲਕ ਹੁੰਦੇ ਹੋ? ਕਹਿੰਦਾ ਮੈਂ ਕਿਹਾ ਫਲਾਣੇ ਮੁਲਕ ਹੋਣਾ। ਤੇ ਭਾਈ ਜੀ ਸੁਣਾਓ ਕਿੰਨਾ ਅਰਸਾ ਹੋ ਗਿਆ ਜੇ? ਮੈਂ ਕਿਹਾ ਕਾਫੀ ਅਰਸਾ ਹੋ ਗਿਆ ਯਾਰ। ਤੇ ਪੇਪਰ ਭਾਈ ਸੌਖੇ ਲੱਭ ਗਏ? ਕਹਿੰਦਾ ਯਾਰ ਬੜੇ ਔਖੇ ਹੋ ਕੇ ਪੇਪਰ ਲਾਏ। ਕਹਿੰਦਾ ਬੜਾ ਮਜ਼ਾ ਆਇਆ ਉਹਦੇ ਨਾਲ ਮੈਨੂੰ ਗੱਪ ਲਾ ਕੇ। ਕਹਿੰਦੇ ਸੇ ਸ਼ੇਫ ਸ਼ੂਫ ਕਰ ਰਿਹਾ। ਕਹਿੰਦਾ ਮੈਂ ਕਿਹਾ ਯਾਰ ਦੱਸ ਕਿੰਨੇ ਪੈਸੇ? ਨਹੀਂ ਕਹਿੰਦਾ 200 ਰੁਪਈਆ। ਕਹਿੰਦਾ ਮੈਂ 500 ਰੁਪਈਆ ਕੱਢ ਕੇ ਦਿੱਤਾ। ਮੈਂ ਕਿਹਾ ਨਾਲੇ ਇੰਜ ਕਰ, ਆ ਜਿਹੜੀ ਪਰਫਿਊਮ ਤੇ ਕਰੀਮ ਜਿਹੜੀ ਆ ਤੂੰ ਰੱਖ ਲੈ। ਕਹਿੰਦਾ ਮਿਹਰਬਾਨੀ। ਕਹਿੰਦਾ ਯਾਰ ਮੈਂ ਬੱਚਿਆਂ ਦੇ ਵਾਲ ਕਟਾਣੇ ਨੇ ਤੇ ਮੈਂ ਉਹਨਾਂ ਨੂੰ ਲੈ ਕੇ ਆਵਾਂਗਾ ਤੇ ਉਹਨਾਂ ਦੇ ਵੀ ਕੱਟ ਦੀ। ਕਹਿੰਦਾ ਭਾਈ ਤੁਹਾਡਾ ਘਰ ਕਿੱਥੇ? ਦੱਸੋ ਮੈਂ ਘਰ ਆ ਕੇ ਕੱਟ ਦਿਆਂਗਾ। ਕਹਿੰਦਾ ਨਹੀਂ ਮੈਂ ਇੱਥੇ ਹੀ ਲੈ ਆਵਾਂ। ਕਹਿੰਦਾ ਨਹੀਂ ਭਾਈ ਤੁਸੀਂ ਦੱਸੋ, ਮੈਂ ਸੁਬਹ ਹੀ ਆ ਜਾਵਾਂਗਾ, ਉੱਥੇ ਆ ਕੇ ਕੱਟ ਦਿਆਂਗਾ। ਕਹਿੰਦਾ ਠੀਕ ਹੈ ਯਾਰ, ਫਲਾਣਾ ਸਾਡਾ ਘਰ ਹੈ ਤੇ ਤੂੰ ਉੱਥੇ ਆ ਜੀ। ਕਹਿੰਦਾ ਠੀਕ ਹੈ। ਕਹਿੰਦਾ ਮੈਂ ਸੁਬਹ ਮੈਂ ਸੁੱਤੇ ਅਸਾਂ, ਦਰਵਾਜ਼ਾ ਖੜਕਿਆ ਸਾਡਾ, ਮੈਨੂੰ ਦੱਸਿਓ ਨੇ ਕਿ ਉਹ ਵਾਲ ਕੱਟਣ ਵਾਲਾ ਆਏ ਆ। ਕਹਿੰਦਾ ਵੀ ਭਾਈ ਰਾਂ ਆਖਿਆ ਵਾਲ ਕੱਟਣੇ ਨਿੱਕਿਆਂ ਦੇ। ਕਹਿੰਦਾ ਜੀ ਠੀਕ ਹੈ। ਕਹਿੰਦਾ ਮੈਂ ਉੱਠਿਆ, ਕਮੀਜ਼ ਪਾਈ, ਮੈਂ ਉਹਨੂੰ ਆਖਿਆ ਆ ਜਾਓ ਭਾਈ। ਕਹਿੰਦਾ ਮੈਂ ਸਿੱਧਾ ਆਖਿਆ ਵਿਹੜੇ 'ਚ ਹੀ ਆ ਜਾਓ। ਕਹਿੰਦਾ ਵਿਹੜੇ 'ਚ ਆ ਕੇ ਕੁਰਸੀ ਡਾਈ ਸੀ, ਬਹਿ ਗਿਆ। ਮੈਂ ਕਿਹਾ 2 ਕੱਪ ਚਾਹ ਦੇ ਬਣਾਓ। ਕਹਿੰਦਾ ਮੇਰੀ ਜ਼ਨਾਨੀ ਨੇ ਚਾਹ ਬਣਾਈ, ਲਿਆ ਕੇ ਅੱਗੇ ਰੱਖੀ ਤੇ ਚਾਹ ਰੱਖ ਕੇ ਨਾਲ ਬਿਸਕਿਟ ਵਗੈਰਾ ਰੱਖੀ। ਕਹਿੰਦਾ ਵਾਲ ਕੱਟਣ ਲੱਗ ਪਿਆ। ਕਹਿੰਦਾ ਵਾਲ ਸ਼ਲ ਕੱਟੇ। ਕਹਿੰਦਾ ਅੱਗੋਂ ਵੀ ਕੋਈ ਭਾਬੀ ਇਹਨਾਂ ਨੂੰ ਜ਼ਰੂਰਤ ਹੋਵੇ ਕਿਸੇ ਵੀ ਚੀਜ਼ ਦੀ ਮੈਨੂੰ ਦੱਸਣ, ਮੈਂ ਉਹ ਲਿਆ ਦਿਆਂਗਾ, ਜਾਂ ਕੋਈ ਮੁਸ਼ਕਲ ਹੋਵੇ ਜਾਂ ਕੋਈ ਕੰਮ ਹੋਵੇ ਭਾਈ ਮੈਨੂੰ ਕਹੋ। ਕਹਿੰਦਾ ਕੋਈ ਮਸਲਾ ਨਹੀਂ। ਕਹਿੰਦਾ ਮੈਂ ਬਜਾਏ 500 ਦੇ ਮੈਂ ਉਹਨੂੰ 1000 ਰੁਪਈਆ ਦਿੱਤਾ। ਕਹਿੰਦਾ ਬੜਾ ਖੁਸ਼ ਹੋਇਆ, ਟੁਰ ਗਿਆ। ਕਹਿੰਦਾ ਮੈਂ ਵੀ ਫਿਰ ਜਾਂਦਾ ਰਿਹਾ, ਆਉਂਦਾ ਰਿਹਾ, ਗੱਪ ਸ਼ੱਪ ਸਾਡੀ ਦੋਵਾਂ ਦੀ ਚੰਗੀ ਹੁੰਦੀ ਰਹੀ। ਕਹਿੰਦਾ ਜਿਸ ਮੈਂ ਵਾਪਸ ਗਿਆ, ਨੰਬਰ ਸ਼ੰਬਰ ਮੇਰਾ ਉਹਨੇ ਲੈ ਲਿਆ। ਕਹਿੰਦਾ ਠੀਕ ਹੈ ਭਾਈ ਤੁਸੀਂ ਟੈਨਸ਼ਨ ਨਾ ਲਓ, ਨਿੱਕਿਆਂ ਦੇ ਮੈਂ ਵਾਲ ਛਾਲ ਕੱਟ ਦਿਆਂ ਕਰਾਂਗਾ। ਉਹਨੇ ਠੀਕ ਹੈ ਕੋਈ ਮਸਲਾ ਨਹੀਂ। ਕਹਿੰਦਾ ਮੈਂ ਟੁਰ ਗਿਆ। ਅੱਗੋਂ ਗੱਪ ਸ਼ੱਪ ਕਹਿੰਦਾ ਕੋ ਨਾ ਹੋਈ। ਕਹਿੰਦਾ ਕਿਰੇ ਘਰ ਗਿਆ, ਸਾਡੇ ਘਰ ਜਾ ਕੇ ਕਹਿੰਦਾ ਬਾਜੀ ਵਾਲ ਕਟਾਣੇ ਨੇ ਮੁੰਡਿਆਂ ਦੇ। ਕਹਿੰਦਾ ਜੀ ਅਗਲੇ ਦਿਹਾੜੇ ਤੇ ਕਟਾਏ ਨੇ। ਕੋਈ ਮਸਲਾ ਨਹੀਂ ਬਾਜੀ, ਥੋੜੇ ਸਹੀ ਕਰ ਦੇਣਾ। ਚੱਲ ਕਰ ਦੇ। ਕਹਿੰਦਾ ਉੱਥੇ ਬਹਿ ਕੇ ਥੋੜ੍ਹੀ ਦੇਰ ਵਾਲ ਸਹੀ ਕੀਤੀ ਉਸ। ਕਹਿੰਦਾ ਟੁਰ ਗਿਆ। ਮੈਂ ਪੈਸੇ ਥੋੜ੍ਹੇ ਜਿਹੇ ਬਾਜੀ ਨੇ ਦੇ ਦਿੱਤੇ। ਜਿਸੇ ਟੁਰ ਗਿਆ ਤੇ ਅੱਗੋਂ ਫਿਰ ਬਾਜੀ ਕਿਰੇ ਬੱਚਿਆਂ ਨੂੰ ਲੈ ਕੇ ਬਾਜ਼ਾਰੋਂ ਪੀ ਆਵੇ। ਫਿਰ ਉਹਨੇ ਰੋਕ ਲਿਆ ਦੁਕਾਨ ਅੱਗੇ। ਬਾਜੀ ਉਰਾ ਆਓ 1 ਮਿੰਟ ਨਾਲ, ਮੈਂ ਬੱਚਿਆਂ ਦੇ ਥੋੜ੍ਹੇ ਵਾਲ ਸੈੱਟ ਕਰ ਦਿਓ। ਉਹਨਾਂ ਕਿਹਾ ਨਹੀਂ ਹੁਣ ਕੋਈ ਨਹੀਂ ਜ਼ਰੂਰਤ। ਉਹਨੇ ਨਹੀਂ ਬਾਜੀ ਖਲੋਵੋ। ਕਹਿੰਦਾ ਬਾਜੀ ਨੇ ਸ਼ਾਇਦ ਮੇਰੀ ਜ਼ਿਆਦਾ ਇੱਜ਼ਤ ਕਰ ਰਿਹਾ, ਇਸ ਵਜ੍ਹਾ ਤੂੰ ਇਹ ਬੱਚਿਆਂ ਦਾ ਇੰਨਾ ਕਰ ਰਿਹਾ। ਤੇ ਮੈਂ ਚੱਲ ਕਰ ਦੇ। ਕਹਿੰਦਾ ਥੋੜ੍ਹਾ ਥੋੜ੍ਹਾ ਉੱਥੇ ਫੇਰ ਕੇ ਉਸ ਤਰ੍ਹਾਂ ਵਗੈਰਾ। ਤੇ ਉਹਨੇ ਜਨਾਬ ਕਹਿੰਦਾ ਲੋ ਬਾਜੀ, ਕਹਿੰਦਾ ਪੈਸੇ ਰਹਿਣ ਦਿਓ ਬਾਜੀ, ਰਹਿਣ ਦਿਓ। ਕੋਨਾ ਸਲਿਊ ਪੈਸੇ, ਚੁੱਪ ਕਰਕੇ ਬਾਜੀ ਘਰ ਆ ਗਈ। ਐਸੇ ਘਰ ਆਏ ਤੇ ਕੋਈ 4-5 ਦਿਨਾਂ ਬਾਅਦ ਦਰਵਾਜ਼ਾ ਖੜਕਿਆ। ਦਰਵਾਜ਼ਾ ਖੜਕਿਆ ਤੇ ਕਹਿੰਦਾ ਬਾਜੀ ਮੈਨੂੰ ਕੰਮ ਪੈ ਗਿਆ। ਇਹ ਕੀ ਕੰਮ ਹੈ? ਬਾਜੀ ਮੈਨੂੰ 10,000 ਰੁਪਈਆ ਚਾਹੀਦਾ, ਐਮਰਜੈਂਸੀ, ਮੇਰੀ ਅੰਮਾ ਬਿਮਾਰ ਹੈ। ਉਹਨੇ ਕਿਹਾ ਮੇਰੇ ਕੋਲ ਤਾਂ ਕੋਈ ਪੈਸੇ ਨਹੀਂ ਹੈ। ਉਹਨੇ ਕਿਹਾ ਨਹੀਂ ਬਾਜੀ ਦੇ ਦਿਓ ਮਿਹਰਬਾਨੀ। ਉਹਨੇ ਕਿਹਾ ਨਹੀਂ ਮੇਰੇ ਕੋਲ, ਸੌਰੀ ਮੇਰੇ ਕੋਲ ਕੋਈ ਨਹੀਂ ਹੈ। ਕਹਿੰਦਾ ਚੁੱਪ ਕਰਕੇ ਟੁਰ ਗਿਆ। ਕਹਿੰਦਾ ਪਿੱਛੋਂ ਫਿਰ ਮੇਰੀ ਵਾਈਫ ਨੇ ਫੋਨ ਕੀਤਾ ਵੀ ਇਸ ਤਰ੍ਹਾਂ ਆਇਆ ਸੀ ਪੈਸੇ ਮੰਗਣ 10,000 ਤੇ ਮੈਂ ਕਿਹਾ ਮੇਰੇ ਕੋਲ ਕੋਈ ਨਹੀਂ ਹੈ। ਕਹਿੰਦਾ ਤੂੰ ਦੇ ਦੇਣਾ ਸੀ, ਹੈਰਾ ਮਾੜਾ ਬੰਦਾ ਹੋ ਸਕਦਾ ਉਹਦੀ ਅੰਮਾ ਬਿਮਾਰ ਹੋਵੇ, ਤੂੰ ਇੰਝ ਕਰ ਜਾ ਕੇ ਉਹਦੀ ਦੁਕਾਨ 'ਤੇ 10,000 ਦੇ ਕੇ ਆ। ਕਹਿੰਦੀ ਹਾਲਾ ਮੈਂ ਦੇ ਆਉਣੀ। ਕਹਿੰਦਾ ਗਏ ਦੁਕਾਨ 'ਤੇ ਗਈ, ਜਾ ਕੇ ਉਹਨੂੰ ਬੰਦੇ ਬੈਠੇ ਮੁੜੇ ਉੱਥੇ, ਉਹਨਾਂ ਵੀ ਜਾ ਕੇ ਭਾਈ ਇਹ ਲਓ 10,000 ਰੁਪਈਆ। ਕਹਿੰਦਾ ਉਹਨੇ ਫੜ ਲਿਆ, ਚੁੱਪ ਕਰਕੇ ਫੜ ਕੇ ਤੇ ਅੱਗੂ ਫਿਰ ਮੈਨੂੰ ਫੋਨ ਮਾਰੇ ਭਾਈ ਮਿਹਰਬਾਨੀ, ਕੋਈ ਗੱਲ ਨਹੀਂ। ਅੱਗੂ ਕਹਿੰਦਾ ਕੋਈ ਥੋੜ੍ਹੇ ਦਿਹਾੜੇ ਗੁਜ਼ਰੇ ਨੇ, ਰਾਤੀ 12 ਵਜੇ ਕਿਰੇ ਮੇਰੀ ਜ਼ਨਾਨੀ ਨੂੰ ਕਾਲ ਮਿਲਾਈ। ਅੱਗੂ ਮੇਰੀ ਜ਼ਨਾਨੀ ਹੈਲੋ ਹੈਲੋ ਕਰਦੀ ਰਹੀ ਹੈ, ਕੋਈ ਨਹੀਂ ਬੋਲਿਆ। ਵਿੱਚ ਆਵਾਜ਼ ਵੀ ਆਉਂਦੀ ਸੀ ਮੁੰਡਿਆਂ ਦੀ, ਲੇਕਿਨ ਇਹ ਕੋਈ ਨਹੀਂ ਅੱਗੂ ਬੋਲਿਆ। ਅੱਗੋਂ ਦੂਸਰੇ ਦਿਨ ਜਿਹੜਾ ਨਾ ਫਿਰ ਕਾਲ ਕਰਕੇ ਆਖਦਾ ਬਾਜੀ ਸੌਰੀ ਰਾਤੀ ਕਿਰੇ ਮੇਰਾ ਨੰਬਰ ਗਲਤੀ ਨਾਲ ਮਿਲ ਗਿਆ ਅਤੇ ਉਹ ਤੁਹਾਨੂੰ ਹਰੇ ਕਾਲ ਮਿਲੀ ਰਹੀ ਹੈ। ਉਹ ਕਹਿੰਦਾ ਕੋਈ ਮਸਲਾ ਨਹੀਂ, ਮੈਨੂੰ ਪਤਾ ਲੱਗ ਗਿਆ ਸੀ, ਮੈਂ ਬੰਦ ਕਰ ਦਿੱਤਾ ਸੀ। ਕਹਿੰਦੇ ਚਲੋ ਠੀਕ ਹੈ। ਕਹਿੰਦਾ ਫਿਰ 2-3 ਦਿਹਾੜੇ ਠਹਿਰ ਕੇ ਰਾਤੀ ਫਿਰ ਕਾਲ ਕਰ ਦਿੱਤੀ। ਜਿਸ ਵੇਲੇ ਕਾਲ ਕੀਤੀ ਉਸ ਕਾਲ ਕਰਕੇ ਆਖਦਾ ਕਿ ਸੁਣਾਓ ਬਾਜੀ ਕੀ ਹਾਲ ਹੈ? ਰਾਤੀ 12 ਵਜੇ। ਉਹਨੇ ਕਿਹਾ ਰਾਤੀ 12 ਵਜੇ ਤੂੰ ਕਾਲ ਪਿਆ ਕਰਨੇ, ਮੇਰੇ ਕੋਲ ਹਾਲ ਪੁੱਛਣ ਵਾਸਤੇ ਤੂੰ ਕੀਤਾ ਕੀ ਮਸਲਾ ਹੀ? ਕਹਿੰਦਾ ਮਸਲਾ ਕੋਈ ਨਹੀਂ ਬਾਜੀ, ਮੈਂ ਕਿਹਾ ਤੁਹਾਡੇ ਕੋਲ ਪੁੱਛਿਆ ਸਭ ਖਰੀਅਤ ਹੈ। ਉਹਨੇ ਆਖਿਆ ਖਰੀਅਤ ਆ, ਅੱਜ ਤੋਂ ਬਾਅਦ ਮੈਨੂੰ ਕਾਲ ਕਰਨ ਦੀ ਕੋਸ਼ਿਸ਼ ਨਾ ਕਰੀ। ਕਹਿੰਦਾ ਅੱਗੂ ਚੰਗਾ ਭਲਾ ਮੇਰੀ ਜ਼ਨਾਨੀ ਨੇ ਗੁੱਸਾ ਕੀਤਾ ਤੇ ਅੱਗੂ ਕਹਿੰਦਾ ਅੱਛਾ ਬਾਜੀ ਸੌਰੀ। ਕਹਿੰਦਾ ਫੋਨ ਬੰਦ ਕਰ ਦਿੱਤਾ। ਫੋਨ ਉੱਧਰੋਂ ਬੰਦ ਕੀਤਾ ਉਸ ਤੇ ਕਹਿੰਦਾ ਮੈਨੂੰ ਫੋਨ ਕਰਦਾ ਰਹੀ।
ਕਹਿੰਦਾ ਭਾਈ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਇਹ ਕੀ ਗੱਲ ਕਰਨੀ ਹੈ ਭਾਈ? ਤੁਸੀਂ ਅਗਰ ਗੁੱਸਾ ਨਾ ਕਰੋ ਤੇ। ਮੈਂ ਗੁੱਸਾ ਕਿਉਂ ਕਰਨਾ ਯਾਰ, ਜਿਹੜੀ ਗੱਲ ਹੈ ਤੂੰ ਦੱਸ। ਕਹਿੰਦਾ ਭਾਈ ਇੰਝ ਹੈ ਕਿ ਅਗਲੇ ਦਿਨ ਇੱਥੇ ਮੁੰਡੇ ਬੈਠੇ ਸੀ ਦੁਕਾਨ ਤੇ, ਬਾਜੀ ਰੀ ਆਏ ਨੇ ਨਿੱਕਿਆਂ ਨੂੰ ਲੈ ਕੇ, ਕਹਿੰਦੇ ਨੇ ਇਹਨਾਂ ਦੇ ਵਾਲ ਠੀਕ ਕਰ ਦਿਓ। ਮੈਂ ਕਿਹਾ ਬਾਜੀ ਅਗਲੇ ਦਿਹਾੜੇ ਤੇ ਸਹੀ ਕੀਤੇ ਨੇ ਇਹਨਾਂ ਦੇ। ਕਹਿੰਦਾ ਥੋੜ੍ਹੇ ਜਿਹਾ ਤੂੰ ਸਹੀ ਕਰ ਦਿਓ। ਕਹਿੰਦਾ ਮੈਂ ਮੁੰਡੇ ਬੈਠੇ ਨੇ, ਚਲੋ ਬਾਜੀ ਮੈਂ ਘਰ ਆ ਕੇ ਕਰ ਦਿਆਂ। ਨਹੀਂ ਤੂੰ ਇੱਥੇ ਹੀ ਕਰ ਦੇ। ਕਹਿੰਦਾ ਉੱਥੇ ਹੀ ਕਰ ਦੇ। ਕਹਿੰਦਾ ਅੱਛਾ। ਤੇ ਫਿਰ ਕਹਿੰਦਾ ਫਿਰ ਅਗਲੇ ਦਿਨ ਜਿਹੜਾ ਰਾਤੀ ਨਾ ਬਾਜੀ ਨੇ ਮੈਨੂੰ ਕਾਲ ਮਿਲਾਈ ਹੈ ਤੇ ਕੋਈ ਗੱਲ ਕੋਈ ਨਹੀਂ ਸੀ ਕਰਦੀ ਵੀ। ਤੇ ਮੈਂ ਹੈਲੋ ਹੈਲੋ ਕੀਤੀ। ਮੈਂ ਸ਼ਾਇਦ ਕੋਈ ਪਰੇਸ਼ਾਨੀ ਹੋਵੇ। ਫਿਰ ਮੈਂ ਜਾ ਕੇ ਦਰਵਾਜ਼ਾ ਖੜਕਾਇਆ, ਘਰ ਤੁਹਾਡੇ ਦੀ ਲਾਈਟ ਬਲਦੀ ਸੀ ਵੀ। ਲੇਕਿਨ ਇਹ ਹੈ ਕਿ ਬਾਜੀ ਅੱਗੂ ਜਿਹੜਾ ਨਾ ਉਹ ਕੋਈ ਨਹੀਂ ਬੋਲੇ ਚਾਲੇ। ਕਹਿੰਦਾ ਫਿਰ ਮੈਂ ਵਾਪਸ ਆ ਗਿਆ। ਕਹਿੰਦਾ 2-3 ਦਿਨ ਠਹਿਰ ਕੇ ਫਿਰ ਬਾਜੀ ਨੇ ਕਾਲ ਕੀਤੀ ਹੈ ਮੈਨੂੰ। ਫਿਰ ਕਾਲ ਕੀਤੀ ਹੈ ਤੇ ਮੈਨੂੰ ਰਾਤੀ ਕੀਤੀ ਨੇ। ਮੈਂ ਕਿਹਾ ਬਾਜੀ ਨਾ ਜੀ ਕਾਲ ਕਰੋ, ਭਾਈ ਯਾਰੀ ਮੇਰੀ ਬੜੀ ਇੱਜ਼ਤ ਕਰਦੇ ਨੇ ਤੇ ਮੈਂ ਤੁਹਾਡੀ ਬੜੀ ਇੱਜ਼ਤ ਕਰਨਾ, ਤੇ ਇਸ ਵਜ੍ਹਾ ਤੂੰ ਜਿਹੜਾ। ਕਹਿੰਦਾ ਅੱਛਾ ਇਹ ਗੱਲ ਹੈ। ਕਹਿੰਦਾ ਠੀਕ ਹੈ ਕੋਈ ਮਸਲਾ ਨਹੀਂ, ਮਿਹਰਬਾਨੀ ਜਿਹੜਾ ਤੂੰ ਮੈਨੂੰ ਦੱਸਿਆ। ਕਹਿੰਦਾ ਕੋਈ ਫੋਨ ਬੰਦ ਕਰ ਦਿੱਤਾ। ਸੁਬਾਹ ਫਿਰ ਉਹਨੇ ਉਹਦਾ ਜਿਹੜਾ ਆਪਣਾ ਸਾਲਾ ਸੀ ਨਾ ਉਹ ਸੀ ਪੁਲਿਸ ਵਿੱਚ। ਉਹਨੇ ਸਾਲੇ ਨੂੰ ਦੱਸਿਆ ਕਿ ਇਹ ਗੱਲ ਹੈ, ਸਿੱਧੇ ਆਦੀ ਦੁਕਾਨ 'ਤੇ ਜਾ ਤੇ ਇਹਦੀਆਂ ਕਾਲਾਂ ਚੈੱਕ ਕਰ। ਉਹ ਕਹਿੰਦਾ ਭਾਈ ਤੁਸੀਂ ਟੈਨਸ਼ਨ ਹੀ ਨਾ ਕਰ। ਉਹ ਜਨਾਬ ਸੁਬਾਹ ਆਇਆ, ਆ ਕੇ ਨਾਈ ਨੇ ਦੁਕਾਨ ਖੋਲ੍ਹੀ, ਆ ਕੇ ਉਹਨੂੰ ਭਾਲੇ ਉਹਨੂੰ ਕਹਿੰਦਾ ਫੋਨ ਦੇ ਹੋਰਾਂ। ਮੈਂ ਫੋਨ ਲੈ ਕੇ ਉਹਦੇ ਕੋਲੋਂ ਉਹਨੂੰ ਵੀਡੀਓ ਕਾਲ ਕੀਤੀ, ਉਹਦੀਆਂ ਕਾਲਾਂ ਚੈੱਕ ਕੀਤੀਆਂ ਤੇ ਨਾਈ ਦੀ ਤਰਫੋਂ ਕਾਲਾਂ ਜਿਹੜੀਆਂ ਨੇ ਉਧਰ ਗਈਆਂ ਸੀ ਤੇ ਉਧਰੋਂ ਕਾਲ ਕੋਈ ਨਹੀਂ ਸੀ ਆਈ। ਉਹਨੇ ਕਿਹਾ ਤੂੰ ਤੇ ਪਿਆਹਨਾ ਹੈ ਕਿ ਕਾਲ ਜਿਹੜੀ ਹੈ ਭਲਾ ਭਾਬੀ ਨੇ ਤੈਨੂੰ ਕੀਤੀ ਹੈ, ਇਹ ਤੇ ਕਾਲਾਂ ਤੇਰੀ ਤਰਫੋਂ ਗਈਆਂ ਨੇ। ਨਹੀਂ ਨਹੀਂ ਇਹ ਭਾਈ ਕੋਈ ਪੁਰਾਣੀ ਹੋਣੀ ਹੈ, ਮੈਂ ਦੁਬਾਰਾ ਰੀਪਲੇ ਕੀਤਾ ਉਹਨਾਂ ਨੂੰ। ਉਹਨੇ ਕਿਹਾ ਠੀਕ ਹੈ। ਉਹਨੇ ਕਿਹਾ ਚੱਲ ਅੱਗੇ ਲੱਗ। ਕਹਿੰਦਾ ਅੱਗੇ ਲਾ ਕੇ ਉਹਨੂੰ ਲੈ ਗਏ, ਜਾ ਕੇ ਉੱਥੇ ਆਪਣੀ ਕਹਿੰਦਾ ਸਾਡੀ ਬੈਠਕ ਖੋਲੀ, ਉਹਨੂੰ ਬਹਾਲ ਲਿਆ। ਕਹਿੰਦਾ ਜਾ ਕੇ ਉਹਨੇ ਆਪਣੀ ਭੈਣ ਨੂੰ ਬੁਲਾਇਆ, ਬਾਜੀ ਫੋਨ ਦੇ। ਕਹਿੰਦਾ ਫੋਨ ਲੈ ਕੇ ਉਹਨੇ ਫੋਨ ਖੋਲ੍ਹਿਆ, ਖੋਲ੍ਹ ਕੇ ਉਹਨੇ ਕਾਲਾਂ ਚੈੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵੇਲੇ ਉਹਨੇ ਕਾਲਾਂ ਚੈੱਕ ਕੀਤੀਆਂ, ਦੇਖਿਆ ਕਿ 2 ਕਾਲਾਂ ਜਿਹੜੀਆਂ ਨੇ ਇਹਦੀਆਂ ਆਈਆਂ ਰਾਤੀ ਤੇ ਇੱਧਰੋਂ ਕੋਈ ਕਾਲ ਨਹੀਂ ਸੀ। ਉਹਨੇ ਕਿਹਾ ਫਿਰ ਇੱਥੋਂ ਕੀ ਹਿਸਾਬ ਹੈ, ਤੂੰ ਇਹ ਦੇਖ ਕਿ ਇੱਥੋਂ ਜਿਹੜੀਆਂ ਨੇ ਤੇਰੀਆਂ ਕਾਲਾਂ ਜਿਹੜੀਆਂ ਨੇ ਆਈਆਂ ਨੇ ਤੇ ਇੱਧਰੋਂ ਕਾਲਾਂ ਗਈਆਂ ਕੋਈ ਨਹੀਂ, ਤੇ ਉਧਰੋਂ ਤੈਨੂੰ ਪੈਸੇ ਵੀ ਦਿੱਤੇ ਨੇ ਤੇ ਉਧਰ ਤੂੰ ਕਿੱਡਾ ਗੰਦਾ ਕੰਮ ਕੀਤਾ। ਇਹ ਭਾਈ ਮੈਨੂੰ ਮਾफ़ੀ ਦੇ ਦਿਓ, ਮਾफ़ੀ ਦੇ ਦਿਓ, ਮੇਰੇ ਕੋਲ ਗਲਤੀ ਹੋ ਗਈ। ਉਹਨੇ ਕਿਹਾ ਗਲਤੀ ਸ਼ਲਤੀ ਕੋਈ ਨਹੀਂ। ਉਹਨੇ ਪੁਲਿਸ ਵਾਲੇ ਨੇ ਬੈਠਕ 'ਚ ਚੰਗਾ ਉਹਨੂੰ ਫੈਂਡਾ ਲਾਇਆ, ਰੱਜ ਕੇ ਫੈਂਟਾ ਲਾਇਆ ਜਿਸ ਵੇਲੇ, ਤੇ ਫਿਰ ਮਾਫੀਆਂ ਮੰਗੇ। ਉਹਨੇ ਕਿਹਾ ਜਾ ਲਾਂਤੀਆ, ਤੇਰੇ ਤੇ ਨੇਕੀ ਕੀਤੀ ਸੀ, ਤੂੰ ਮੇਰੀ ਫੈਮਿਲੀ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ, ਕੈਸਾ ਚਵਲ ਬੰਦੇ। ਕਹਿੰਦਾ ਫਿਰ ਮਾਫੀਆਂ ਮੰਗਦਾ ਰਿਹਾ। ਉਹਨਾਂ ਆਪਣੀ ਰੀਝ ਲਾਈ, ਰੀਝ ਲਾ ਕੇ ਤੇ ਫਿਰ ਕਹਿੰਦਾ ਉਹਨੂੰ ਜਾ ਦਫਾ ਹੋ ਜਾ ਤੂੰ। ਇਸ ਵਾਰ ਕਹਿੰਦਾ ਅੱਜ ਸੋਚਿਆ ਕਿ ਚੁੱਪ ਕਰਕੇ ਆਪਣੇ ਬੀਵੀ ਬੱਚਿਆਂ 'ਚ ਰਵਾਂਗਾ, ਬਜਾਏ ਕਿਸੇ ਨੂੰ ਫਰੀ ਕਰਨ ਦੀ ਜ਼ਰੂਰਤ ਹੀ ਨਹੀਂ। ਕਹਿੰਦਾ ਅੱਗੇ ਵੀ ਤਾਂ ਬੱਚਿਆਂ ਦੇ ਵਾਲ ਕੱਟਣ ਹੁੰਦੇ ਸੀ, ਇਹ ਕੋਈ ਪਹਿਲੀ ਵਾਰ ਸੀ, ਲੇਕਿਨ ਇਹ ਬੰਦਾ ਗੰਦਾ ਨਿਕਲਿਆ ਸੀ। ਦਾ ਬਹਰਾਲ ਚਲੋ ਛੱਡੋ ਜੋ ਵੀ ਹੈ। ਕਹਿੰਦਾ ਮੈਂ ਆਪਣੀ ਬੀਵੀ 'ਤੇ ਸ਼ੱਕ ਕਿਉਂ ਕਰਨਾ ਸੀ, ਮੈਨੂੰ ਕੱਲਿਆਂ ਛੱਡਿਆ, ਮੈਨੂੰ ਪਤਾ ਹੈ ਕਿ ਮੇਰਾ ਇਤਮਾਦ ਹੈ ਉਹਦੇ 'ਤੇ। ਕਹਿੰਦਾ ਬਹਰਾਲ ਇਸ ਤਰ੍ਹਾਂ ਜਾਂ ਤੂੰ ਕਦੇ ਕਿਸੇ 'ਤੇ ਭਰੋਸਾ ਨਾ ਕਰੋ, ਯਕੀਨ ਨਾ ਕਰੋ, ਕਿਉਂਕਿ ਬੰਦੇ ਬਹੁਤ ਜਿਹੜਾ ਨਾ ਗਲਤ ਕਿਸਮ ਦੇ ਇਲਜ਼ਾਮ ਲਾ ਦਿੰਦੇ ਨੇ। ਬਾਕੀ ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾइब ਕਰਦੇ ਹੋ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ ਤੇ ਆਪਣੀ ਸਿਹਤ ਦਾ ਲਾਜ਼ਮੀ ਖਿਆਲ ਰੱਖਿਆ ਕਰੋ। ਅੱਲਾ ਹਾਫਿਜ਼।